जिस मस्तक हुए भाग, हर 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 लिव लाग। कहंदे जिहदे मत्थे ते उन्हें लिखिया होवे कि दी लिव लगूगी, ओदी लिव लग। ये चमत्कार वही कर सक। सुरती विच वाहिगुरू वाहिगुरू। कोई जाने कवन यहाँ जग मीत, कोई जाने कवन यहाँ जग मीत, कोई जाने। कोई भागां वाला जानता है कि इत्थे यहाँ इस दुनिया विच यहाँ जग, इत्थे इस दुनिया विच मेरा मित्र कौन है। इसे जी दुनिया की पढ़ाई आपां नूं रोटी रोजी रोटी लई दे कमाउण लई समर्थ बनाउंदी है, पर आपां पेट नहीं हाँ। आपां कौन हाँ ते किस तरह जीना वो दुनिया का कोई स्कूल नहीं दस सकता। वो आही स्कूल है दसदा। जिस होए कृपाल सोई बिद बूझे, जिदे ते परमात्मा मेहरबान हो जाए उन्हों ये बिद विधि ये तरीका पता लगता जिंदगी किस तरह जी उन्हों आप दसदा। ताकि निर्मल रीत उन्हों दी जिंदगी, उन्हों दा जिंदगी जीन दा ढंग रीत तरीका निर्मल पवित्र निमृत हमदर्दी इश्क। जी महाराज जी होरां दा हर लफ्ज हर शब्द बहुत सच्चे सुच्चे ज्ञान का खजाना है अते उच्ची तो उच्ची समझ दा दानी है। आपां नूं आप जरूर उन्हां कोलों ये ज्ञान ये समझ लैनी चाहिए। ते बहुत जरूरी कि आपां अपने बच्चों नूं ये समझ दवाइए। गुरु ग्रंथ साहब जी पासों असली ज्ञान जिहड़ा कि बंदगी करन नाल उहदा टैसट किया जा सकता कि सच्ची मुच्ची सिमरन करन नाल ध्यान नाल लाउण नाल अंदर आनंद आउंदा है, उन्होंने वेरीफाई किया जा सकता। तो उच्ची समझ हुंदी, उच्ची जिन्हों के जिस समझ नूं इंप्रूव नहीं किया जा सकता। अपनी समझ रोज बदल रही है, उच्ची हो रही। जो पिछले साल समझते सां अज महाराज जी उन्होंने उन्हां बचनों विचों ही होर कुछ दिस रहा। ठीक है जी कि नहीं? हाँ। क्यों? क्योंकि अपनी समझ उच्ची हो रही। अजकल आपां समझने की कोशिश कर रहे हैं कि इस रस्ते जिंदगी दे जीन दा तरीका जो महाराज जी आपां नूं समझाउंदे वो तरीका आपां नूं कित्थे लैके जांदा। ते कल आपां देखिया सी कि महाराज जी कहंदे हों संचो हों खाटता सगली अवद बेहानी, ज्यों उलझायो बाद बुद्ध का मरते नहीं बिसरानी। कहंदे कि बंदगी दे रस्ते तो बिना
ਬਾਦ ਬੁੱਧ ਆਦਮੀ ਦੀ ਬੁੱਧੀ ਜਿਹੜੀ ਹੈ ਉਹ ਅਕਲ ਵਾਲੀ ਨਹੀਂ ਹੁੰਦੀ ਬਹੁਤੀ, ਕਿ ਤੇਰੇ ਵਿੱਚ ਕੋਈ ਸੱਚੀ ਮੁੱਚੀ ਦੀ ਉੱਚੀ ਸਿਆਣਪ ਨਹੀਂ ਆ। ਜਿਤ ਲਾਗੋ ਪਾਈ ਮੀਤ ਬੰਦਕ ਪਸਖੈ, ਪਾਛੈ ਤਿਨ ਕੋ ਸੰਪਾਨੀ। ਜਿਤ ਲਾਗੋ ਮਨ ਬਾਸਨਾ, ਅੰਤ ਸਾਈ ਪ੍ਰਗਟਾਨੀ। ਕਿ ਅੰਤ ਮਹਾਰਾਜ ਜੀ ਕਹਿੰਦੇ ਜਿਹੜਾ ਅੰਤ ਦਾ ਤੇਰਾ ਸਵਾਸ ਹੋਣਾ, ਤੇ ਉਸ ਸਵਾਸ ਦੇ ਨਾਲ ਤੈਨੂੰ ਸਰੀਰ ਵਿੱਚੋਂ ਬਾਹਰ ਲਿਆਂਦਾ ਜਾਣਾ ਹੈ, ਤੇਰੀ ਆਤਮਾ ਨੂੰ। ਉਹ ਸਵਾਸ ਦੇ ਵਿੱਚ ਜਿਹੜਾ ਤੇਰਾ ਆਖਰੀ ਖਿਆਲ, ਆਖਰੀ ਖਾਹਿਸ਼ ਹੋਣੀ, ਉਹ ਰੱਬ ਨੇ ਦੇਖਣੀ, ਤੇ ਸਿਰਫ ਉਹਦੇ ਬਿਨਾਂ ਤੇ ਉਹਦੇ ਆਧਾਰ ਤੇ ਅਗਲਾ ਫੈਸਲਾ ਉਹਨੇ ਲੈਣਾ ਕਿ ਤੈਨੂੰ ਕਿੱਧਰ ਭੇਜਿਆ ਜਾਵੇ। ਅੰਤ ਸਾਈ ਪ੍ਰਗਟਾਨੀ। ਇਸੇ ਅੰਤ ਲੱਗਦਾ ਕਿ ਬੜਾ ਇਹ ਗੱਲ ਕੋ ਬਹੁਤੀ ਸਿਆਣੀ ਨਹੀਂ ਲੱਗਦੀ ਹੈ। ਤੇ ਕੋਈ ਬੰਦਾ ਸਾਰੀ ਉਮਰ ਭਲੇ ਕੰਮ ਕਰਦਾ ਰਹੇ, ਜਾਣ ਲੱਗਿਆ ਉਹਨੂੰ ਬੁਰਾ ਖਿਆਲ ਆ ਜਾਏ, ਆਖਰੀ ਖਿਆਲ ਤੋਂ ਬਾਜੀ ਹਾਰ ਗਿਆ, ਇਹਦਾ ਮਤਲਬ ਤੇ ਹੋਇਆ। ਤੇ ਜਾਂ ਜੇ ਕੋਈ ਸਾਰੀ ਉਮਰ ਬੁਰੇ ਕੰਮ ਕਰਦਾ ਰਿਹਾ, ਜਾਣ ਲੱਗਿਆ ਉਹਨੂੰ ਚੰਗਾ ਖਿਆਲ ਆ ਗਿਆ ਤੂੰ ਜਿੱਤ ਗਿਆ। ਇੱਥੇ ਜੂਆ ਜਿਹਾ ਲੱਗਦਾ ਹੈ, ਪਰ ਇਸ ਤਰ੍ਹਾਂ ਹੈ ਨਹੀਂ। ਪਰ ਇਹਨੂੰ ਸਮਝਣਾ, ਇਹ ਕਦੀ ਹੋ ਨਹੀਂ ਸਕਦਾ ਕਿ ਜ਼ਿੰਦਗੀ ਭਰ ਵਿੱਚ ਆਪਾਂ ਚੰਗੇ ਕੰਮ ਕਰਦੇ ਰਹੀਏ ਤੇ ਆਖਰੀ ਵੇਲੇ ਸਵਾਲ ਉਹ ਖਿਆਲ ਮਾੜਾ ਆ ਜਾਵੇ। ਇਟਸ ਇੰਪੋਸੀਬਲ। ਇਸੇ ਜਿਤ ਲਾਗੋ ਮਨ ਬਾਸਨਾ, ਕਹਿੰਦੇ ਜੋ ਤੇਰਾ ਜ਼ਿੰਦਗੀ ਵਿੱਚ ਰਹੀ ਸੀ ਜਿਹੜੀ ਚੀਜ਼ ਤੇਰੀ ਸੁਰਤੀ ਦੇ ਉੱਤੇ ਅਸਵਾਰ, ਉਹੀ ਚੀਜ਼ ਨੇ ਆਖਰੀ ਸਵਾਸ ਵਾਲੇ। ਇਟਸ ਇੰਪੋਸੀਬਲ। ਇਸੇ ਜਪਜੀ ਸਾਹਿਬ ਵਿੱਚ ਕਰ ਕਰ ਕਰਨਾ ਲਿਖ ਲੈ ਜਾਵੋ, ਕਹਿੰਦੇ ਤੇਰਾ ਇੱਕ ਆਪਣਾ ਇੱਕ ਸੁਭਾਅ ਬਣ ਜਾਂਦਾ ਹੈ ਜ਼ਿੰਦਗੀ ਦਾ। ਉਹੀ ਕੰਮ ਆਪਾਂ ਉਹੀ ਕੰਮ ਮੁੜ ਮੁੜ ਕੇ ਕਰਦੇ ਹਾਂ। ਜੇ ਕੋਈ ਝਗੜਾ ਕਰਨ ਵਾਲਾ ਬੰਦਾ ਉਹ ਮੁੜ ਮੁੜ ਕੇ ਝਗੜਾ ਕਰਦਾ, ਜੇ ਕੋਈ ਝਗੜੇ ਤੋਂ ਬਚਣ ਵਾਲਾ ਬੰਦਾ ਉਹ ਮੁੜ ਮੁੜ ਕੇ ਝਗੜੇ ਤੋਂ ਬਚਦਾ। ਸੁਭਾਅ ਬਣਿਆ ਹੁੰਦਾ ਨਾ, ਆਪੋ ਆਪਣਾ ਸੁਭਾਅ ਹੈ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਤੇਰਾ ਸੁਭਾਅ ਬਣਿਆ ਹੈ, ਉਹ ਸੁਭਾਅ ਦੇ ਅਨੁਸਾਰ ਹੀ ਤੇਰਾ ਆਖਰੀ ਤੈਨੂੰ ਖਿਆਲ ਆਉਣਾ। ਕਰ ਕਰ ਕਰਨਾ, ਜਿਹੜਾ ਕੰਮ ਤੂੰ ਘੜੀ ਮੁੜੀ ਕਰਦਾ ਰਿਹਾ ਹੈ ਉਹ ਤੇਰੀ ਸੁਰਤੀ ਦੇ ਉੱਤੇ ਲਿਖਿਆ ਜਾਣਾ। ਕਰ ਕਰ ਕਰਨਾ ਲਿਖ ਲੈ ਜਾਓ। ਕਰ ਕਰ ਕਰਨਾ ਲਿਖ ਲੈ ਜਾਓ। ਜਿਹੜਾ ਕੰਮ ਘੜੀ ਮੁੜੀ ਕਰੀਏ ਉਹ ਆਪਣੀ ਸੁਰਤੀ ਤੇ ਲਿਖਿਆ ਜਾਂਦਾ, ਤੇ ਜਿਹੜੀ ਚੀਜ਼ ਸੁਰਤੀ ਤੇ ਲਿਖੀ ਗਈ ਉਹਨੇ ਹੀ ਉਦੋਂ ਅੰਤ, ਕਹਿੰਦੇ ਅੰਤ ਸਾਈ ਪ੍ਰਗਟਾਨੀ। ਕਹਿੰਦੇ ਜਿਹੜੀ ਚੀਜ਼ ਸੁਰਤੀ ਤੇ ਲਿਖੀ ਹੋਈ ਤੇਰੀ ਉਹਨੇ ਉਦੋਂ ਹੀ ਸਾਹਮਣੇ ਆਣ ਖਲੋਣਾ ਹੈ। ਜੂਆ ਨਹੀਂ ਹੈ। ਇਟਸ ਨਾਟ ਗੈਂਬਲ। ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਇਸ ਚੀਜ਼ ਨੂੰ ਸਮਝਣਾ ਜੀ। ਕਹਿੰਦੇ ਤੇਰਾ ਆਖਰੀ ਖਿਆਲ, ਤੇਰੀ ਆਖਰੀ ਖਾਹਿਸ਼ ਅਗਲੀ ਜ਼ਿੰਦਗੀ ਦੇ ਦਰਖਤ ਦਾ ਬੀਜ ਹੋਣਾ। ਸਮਝਣਾ। ਇਟਸ ਵੈਰੀ ਡੇਂਜਰਸ। ਲਾਈਫ ਇਜ਼ ਵੈਰੀ risky.
very risky business, and we cannot escape the rules of the divine. आपे बीज आपे ही खाओ। कहते फिर तू जे माड़ा बीज बीजेगा तो ਉਹਨੂੰ ਮਾੜੇ ਫਲ ਲੱਗਣੇ। ਤੂੰ ਆਖੇਗਾ ਹੁਣ ਵੀ ਕਈ ਈਮੇਲਾਂ ਚਿੱਠੀਆਂ ਆਉਂਦੀਆਂ ਜ਼ਿੰਦਗੀ ਵਿੱਚ ਕੁਛ ਮਾੜਾ ਨਹੀਂ ਕੀਤਾ, ਫਿਰ ਵੀ ਕਿਉਂ ਇਸ ਤਰ੍ਹਾਂ? ਬੀਜ ਪਿਛਲਾ ਜੋ ਬੀਜਿਆ ਕਿ ਮੇਰੇ ਨਾਲ ਰੱਬ ਇਸ ਤਰ੍ਹਾਂ ਕਰਦਾ। ਰੱਬ ਕੋਈ ਆਪਣਾ ਦੁਸ਼ਮਣ ਥੋੜ੍ਹਾ। ਰੱਬ ਤੇ ਦਾਤਾ ਹੈ, ਦਾਤਾ ਦੇਣ ਵਾਲਾ। ਆਪਾਂ ਖੁਦ ਬੀਜਿਆ ਸੀ ਉਹ ਬੀਜ। ਇੱਕ ਚਿੱਠੀ ਆਈ ਕੱਲ ਹੀ, ਸੋਨਾ ਜੀ ਉਹਨਾਂ ਲਿਖਿਆ, ਪਿਛਲੇ ਹਫ਼ਤੇ ਬਾਬਾ ਜੀ, ਪਹਿਲਾਂ ਉਹਨਾਂ ਆਪਣੇ ਪਿਤਾ ਜੀ ਹੋਣਾ ਬਾਰੇ ਲਿਖਿਆ। ਬਾਬਾ ਜੀ ਪਿਛਲੇ ਹਫ਼ਤੇ ਜਦੋਂ ਪਾਪਾ ਪੂਰੇ ਹੋਏ ਤੇ ਮੈਂ ਇਹ ਸੋਚਦੀ ਸੀ ਕਿ ਪਾਪਾ ਦਾ ਕੀ ਬਣੂਗਾ ਮਰਨ ਤੋਂ ਬਾਅਦ। ਉਹ ਤਾਂ ਪਾਠ ਵੀ ਨਹੀਂ ਕਰਦੇ ਸੀ। ਫਿਰ ਕੱਲ੍ਹ ਖਜ਼ਾਨਾ ਦਰਸ਼ਨ ਸੁਣਿਆ ਮੌਤ ਬਾਰੇ, ਤੇ ਮੈਨੂੰ ਇਹੀ ਖਿਆਲ ਆਇਆ ਕਿ ਪਾਪਾ ਦਾ ਦੁਬਾਰਾ ਜਨਮ ਹੋਵੇਗਾ ਸਾਡੇ ਪਰਿਵਾਰ ਵਿੱਚ, ਕਿ ਉਹ ਵਾਪਸ ਆਉਣਗੇ। ਮੇਰੇ ਛੋਟੇ ਭਰਾ ਦਾ ਹੁਣੇ ਹੀ ਵਿਆਹ ਹੋਇਆ ਹੈ, ਤੋ ਇੱਥੇ ਸਾਡੇ ਕੋਲ ਇਸ ਕੰਟਰੀ 'ਚ ਆ ਗਏ ਹਨ। ਉਹ ਵੀ ਜਲਦੀ ਅੰਮ੍ਰਿਤ ਛਕਣਾ ਚਾਹੁੰਦੇ ਹਨ। ਬਾਬਾ ਜੀ, ਕੀ ਮੇਰੇ ਪਾਪਾ ਦਾ ਜਨਮ ਮੇਰੇ ਭਰਾ ਦੇ ਘਰ ਹੋ ਸਕਦਾ ਹੈ? ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਭਰਾ ਦੇ ਘਰ ਆਉਣ। ਨਾਲੇ ਉਹ ਮੇਰੇ ਭਰਾ ਨੂੰ ਪਿਆਰ ਵੀ ਕਰਦੇ ਸੀ, ਕਿ ਉਹ ਦੁਬਾਰਾ ਸਾਡੇ ਪਰਿਵਾਰ ਵਿੱਚ ਆਉਣਗੇ। ਹੁਣ ਦੇਖੋ ਜੀ, ਭੋਲੇਪਨ ਹੈ ਨਾ ਜੀ, ਠੀਕ ਨਹੀਂ ਹੈ ਨਾ ਗੱਲ? ਹਾਂਜੀ, ਨਹੀਂ। ਸੋ ਬੇਟੇ, ਬਹੁਤ ਮਿਹਰਬਾਨੀ ਤੁਹਾਡੀ ਚਿੱਠੀ ਲਿਖਣ ਦੀ, ਪਰ ਆਪਾਂ ਇਹ ਨਹੀਂ ਮੰਗਣਾ ਚਾਹੀਦਾ। ਪਹਿਲੀ ਗੱਲ ਤਾਂ ਉਹ ਫੈਸਲਾ ਹੋ ਚੁੱਕਾ ਹੈ। ਦੂਸਰੀ ਗੱਲ, ਆਪਾਂ ਸਿਰਫ ਉਹਨਾਂ ਦੀ ਸ਼ਾਂਤੀ ਲਈ ਹੀ ਅਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਨੀ ਚਾਹੀਦੀ ਹੈ। ਮਿਹਰਬਾਨੀ। ਹਾਂਜੀ, ਲਾਸਟ ਥਾਟ, ਕਿਉਂਕਿ ਜਿਹੜਾ ਹੁਣ ਆਖਰੀ ਸਵਾਸ ਤੇ ਖਿਆਲ ਹੋਣਾ, ਆਖਰੀ ਖਾਹਿਸ਼ ਹੋਣੀ, ਇਹ ਬੀਜ ਅਗਲੀ ਜ਼ਿੰਦਗੀ ਵਿੱਚ। ਤੇ ਜਦੋਂ ਇੱਕ ਖਾਸ ਉਮਰ ਦੇ ਹੋਵਾਂਗੇ, ਉਦੋਂ ਜਿਹੜਾ ਹੁਣ ਆਖਰੀ ਖਿਆਲ ਹੋਣਾ, ਉਦੋਂ ਉਹ ਪਹਿਲਾ ਖਿਆਲ ਹੋ, ਪਹਿਲੀ ਖਾਹਿਸ਼ ਹੋ।